ਸਾਡੇ YouTube ਚੈਨਲ ਯੂਨੀਕ ਐਜੂਕੇਸ਼ਨ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਦੋਸਤੋ, ਜਿਨ੍ਹਾਂ ਨੇ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਅਪਡੇਟਸ ਆ ਉਹ ਟਾਈਮ ਟੂ ਟਾਈਮ ਤੁਹਾਨੂੰ ਮਿਲ ਸਕਣ। ਤਾਂ ਵਾਰ ਕਾਵਿ ਦੇ ਵਿੱਚ ਜਿਹੜਾ ਅੱਜ ਦਾ ਆਪਣਾ ਨੈਕਸਟ ਟੌਪਿਕ ਹੈ ਉਹ ਹੈਗਾ ਚੰਡੀ ਦੀ ਵਾਰ। ਤਾਂ ਕੋਸ਼ਿਸ਼ ਕੀਤੀ ਗਈ ਹੈ ਕਿ ਇਮਤਿਆਂ ਦੀ ਦ੍ਰਿਸ਼ਟੀ ਤੋਂ ਹਰ ਤਰ੍ਹਾਂ ਦੇ ਪ੍ਰਸ਼ਨ ਜਿਹੜਾ ਚੰਡੀ ਦੀ ਵਾਰ ਦੇ ਨਾਲ ਸੰਬੰਧਿਤ ਹੈ ਉਸ ਨੂੰ ਇਸ ਵੀਡੀਓ ਦੇ ਵਿੱਚ ਡਿਸਕਸ ਕੀਤਾ ਜਾ ਸਕੇ। ਸੋ ਅੱਜ ਆਪਾਂ ਪਹਿਲਾ ਪ੍ਰਸ਼ਨ ਹੈਗਾ ਜਿਹੜਾ ਉੱਥੋਂ ਸ਼ੁਰੂ ਕਰਦੇ ਹਾਂ ਚੰਡੀ ਦੀ ਵਾਰ ਦੇ ਪ੍ਰਸ਼ਨਾਂ ਦਾ ਸਿਲਸਿਲਾ। ਹਾਂਜੀ, ਪਹਿਲਾ ਪ੍ਰਸ਼ਨ ਹੈ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਰਚਨਾਵਾਂ ਕਿਹੜੀਆਂ-ਕਿਹੜੀਆਂ ਹਨ? ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ, ਬਚਿੱਤਰ ਨਾਟਕ, ਚੰਡੀ ਚਰਿੱਤਰ, ਗੋਬਿੰਦ ਗੀਤਾ, ਅਕਾਲ ਉਸਤਤ, ਸ਼ਸਤਰਨਾਮਾ, ਇਹ ਸਾਰੀਆਂ ਰਚਨਾਵਾਂ ਜਿਹੜੀ ਉਹਨਾਂ ਦੀ ਰਚਨਾ ਕੀਤੀ। ਤੇ ਆਲਮੋਸਟ ਇਹ ਸਾਰੀਆਂ ਰਚਨਾਵਾਂ ਜਿਹੜੀਆਂ ਬ੍ਰਜ ਭਾਸ਼ਾ ਦੇ ਵਿੱਚ ਲਿਖੀਆਂ ਗਈਆਂ ਹੈ। ਕਈ ਵਾਰੀ ਉੱਥੇ ਤੁਹਾਨੂੰ ਐਗਜ਼ਾਮ ਦੇ ਵਿੱਚ ਜਿਵੇਂ ਚੰਡੀ ਚਰਿੱਤਰ ਪਾਤਾ ਕਿ ਕਿਹੜੀ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਤਾਂ ਉਹਦਾ ਉੱਤਰ ਬ੍ਰਜ ਭਾਸ਼ਾ ਹੋਊਗਾ। ਜਿਵੇਂ ਇੱਕ ਹੀ ਪ੍ਰਸ਼ਨ ਤੋਂ ਕਈ ਵਾਰੀ ਕਾਫੀ ਸਾਰੇ ਪ੍ਰਸ਼ਨ ਅੱਗੇ ਨਿਕਲੇ ਆਉਂਦੇ ਆ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਫਾਰਸੀ ਦੇ ਵਿੱਚ ਕਿਹੜੀਆਂ ਰਚਨਾਵਾਂ ਲਿਖੀਆਂ ਗਈਆਂ? ਫਾਰਸੀ ਦੇ ਵਿੱਚ ਉਹਨਾਂ ਨੇ ਜਫਰਨਾਮਾ ਤੇ ਅਕਾਇਤਾਂ ਜਿਹੜੀਆਂ ਇਹ ਫਾਰਸੀ ਭਾਸ਼ਾ ਦੇ ਵਿੱਚ ਲਿਖੀਆਂ ਸੀ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਭਾਸ਼ਾ ਦੇ ਵਿੱਚ ਕਿਹੜੀਆਂ-ਕਿਹੜੀਆਂ ਰਚਨਾਵਾਂ ਲਿਖੀਆਂ? ਹੁਣ ਆਪਣੇ ਕੋਲੇ ਆ ਜਾਂਦੀਆਂ ਹੈਗੀਆਂ ਪੰਜਾਬੀ ਭਾਸ਼ਾ ਦੇ ਵਿੱਚ। ਤਾਂ ਪੰਜਾਬੀ ਦੇ ਵਿੱਚ ਮਿੱਤਰ ਪਿਆਰੇ ਨੂੰ ਤੇ ਚੰਡੀ ਦੀ ਵਾਰ, ਇਹ ਜਿਹੜੀਆਂ ਰਚਨਾਵਾਂ ਉਹਨਾਂ ਦੀਆਂ ਪੰਜਾਬੀ ਦੇ ਵਿੱਚ ਲਿਖੀਆਂ ਗਈਆਂ। ਤਾਂ ਹੁਣ ਆਪਾਂ ਇਹਨਾਂ ਤਿੰਨਾਂ ਪ੍ਰਸ਼ਨਾਂ ਤੋਂ ਦੇਖੋ ਆਪਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਰਸੀ ਭਾਸ਼ਾ ਦਾ ਵੀ ਗਿਆਨ ਸੀਗਾ, ਬ੍ਰਜ ਭਾਸ਼ਾ ਦਾ ਗਿਆਨ ਸੀਗਾ ਤੇ ਪੰਜਾਬੀ ਭਾਸ਼ਾ ਦਾ ਵੀ ਗਿਆਨ ਸੀ। ਕਈ ਵਾਰੀ ਉਹਨਾਂ ਦੀਆਂ ਭਾਸ਼ਾਵਾਂ ਬਾਰੇ ਵੀ ਕੋਈ ਕੁਐਸਚਨ ਪੁੱਛਿਆ ਜਾ ਸਕਦਾ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡੀ ਦੀ ਵਾਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਚੰਡੀ ਦੀ ਵਾਰ ਨੂੰ ਵਾਰ ਸ਼੍ਰੀ ਭਗੌਤੀ ਜੀ ਦੇ ਨਾਮ ਨਾਲ ਜਾਣਿਆ ਜਾਂਦਾ। ਇਹ ਵੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਕਿ ਚੰਡੀ ਦੀ ਵਾਰ ਦਾ ਦੂਜਾ ਨਾਮ ਕੀ ਹੈ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਦਸਮ ਗ੍ਰੰਥ ਵਿੱਚ ਚੰਡੀ ਦੀ ਵਾਰ ਦਾ ਸਿਰਲੇਖ ਕੀ ਹੈ? ਦਸਮ ਗ੍ਰੰਥ ਦੇ ਵਿੱਚ ਚੰਡੀ ਦੀ ਵਾਰ ਦਾ ਕੀ ਸਿਰਲੇਖ ਲਿਖਿਆ ਗਿਆ ਜਾਂ ਕਿਸ ਸਿਰਲੇਖ ਹੇਠ ਦਰਜ ਹੈ? ਤਾਂ ਦਸਮ ਗ੍ਰੰਥ ਦੇ ਵਿੱਚ ਵਾਰ ਦੁਰਗਾ ਕੀ ਸਿਰਲੇਖ ਦਿੱਤਾ ਗਿਆ ਇਹਨੂੰ। ਤੇ ਸ਼ੁਰੂ ਕਿਵੇਂ ਹੁੰਦੀ ਹੈ ਦਸਮ ਗ੍ਰੰਥ ਦੇ ਵਿੱਚ ਚੰਡੀ ਦੀ ਵਾਰ? ਏਕਮਕਾਰ ਸਤਿਗੁਰ ਪ੍ਰਸਾਦ ਸ਼੍ਰੀ ਭਗੌਤੀ ਜੀ ਸਹਾਏ ਅਬ ਵਾਰ ਦੁਰਗਾ ਕੀ ਲਿਖਿਅਤ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਇਹ ਸਾਰੀ ਜਿਹੜੀ ਆਪਣੀ ਸਿੱਖਾਂ ਦੀ ਅਰਦਾਸ ਦਾ ਹਿੱਸਾ ਹੈ ਉਹ ਸਾਰਾ ਇੱਥੋਂ ਸ਼ਾਮਲ ਕੀਤਾ ਗਿਆ। ਕਈ ਵਾਰੀ ਆਪਾਂ ਨੂੰ ਪ੍ਰਸ਼ਨ ਪੁੱਛ ਸਕਦੇ ਹੈ ਕਿ ਸਿੱਖਾਂ ਦੀ ਅਰਦਾਸ ਦਾ ਹਿੱਸਾ ਕਿਸ ਕਵੀ ਜਾਂ ਕਿਸ ਰਚਨਾਕਾਰ ਦੀ ਰਚਨਾ ਬਣਦੀ ਹੈ? ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਚੰਡੀ ਦੀ ਵਾਰ ਹੈ ਜਿਹੜਾ ਉਹਦੇ ਮੰਗਲਾਚਰਨ ਦੇ ਵਿੱਚ ਹੈ ਜਿਹੜਾ ਉਹ ਆਪਣਾ ਸਿੱਖਾਂ ਦੀ ਅਰਦਾਸ ਹੈ ਜਿਹੜੀ ਉਹਨੂੰ ਸ਼ਾਮਲ ਕੀਤਾ ਗਿਆ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣਾ, ਚੰਡੀ ਦੀ ਵਾਰ ਦਾ ਮੂਲ ਸਰੋਤ ਕਿਹੜਾ ਹੈ? ਤਾਂ ਚੰਡੀ ਦੀ ਵਾਰ ਦਾ ਮੂਲ ਸਰੋਤ, ਇਹ ਵੀ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ। ਬਹੁਤ ਸਾਰੇ ਐਗਜ਼ਾਮ ਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਗਿਆ। ਤੇ ਚੰਡੀ ਦੀ ਵਾਰ ਹੈ ਜਿਹੜੀ ਮਾਰਕੰਡੇ ਪੁਰਾਣ ਤੇ ਲਿਖੀ ਗਈ ਹੈ। 80 ਤੋਂ 84 ਅਧਿਆਏ ਤੇ ਆਧਾਰਿਤ ਹੈ ਇਹ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡੀ ਦੀ ਵਾਰ ਦੀਆਂ ਮੁੱਖ ਘਟਨਾਵਾਂ ਕਿੱਥੋਂ ਲਈਆਂ ਗਈਆਂ? ਜਿਹੜੀਆਂ ਮੁੱਖ ਘਟਨਾਵਾਂ ਹੈ ਉਹ ਕਿੱਥੋਂ ਲਈਆਂ ਗਈਆਂ? ਤਾਂ ਉਹ ਮਾਰਕੰਡੇ ਪੁਰਾਣ ਵਿੱਚ ਦਰਜ ਦੁਰਗਾ ਸਪਤਸ਼ਤੀ ਵਿੱਚੋਂ ਲਈਆਂ ਗਈਆਂ। ਮਾਰਕੰਡੇ ਪੁਰਾਣ ਵਿੱਚ ਦਰਜ ਦੁਰਗਾ ਸਪਤਸ਼ਤੀ, ਇਹ ਵੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਤਾਂ ਦੁਰਗਾ ਸਪਤਸ਼ਤੀ ਵਿੱਚੋਂ ਇਹਦੀਆਂ ਜਿਹੜੀਆਂ ਮੁੱਖ ਘਟਨਾਵਾਂ ਉਹ ਲਈਆਂ ਗਈਆਂ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡੀ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ? ਤਾਂ ਚੰਡੀ ਦੀ ਵਾਰ ਦੇ ਵਿੱਚ 54 ਪੌੜੀਆਂ, ਇੱਕ ਦੋਹਰਾ ਹੈ। ਕਈ ਵਾਰੀ ਐਗਜ਼ਾਮ ਦੇ ਵਿੱਚ ਪ੍ਰਸ਼ਨ ਹੁੰਦਾ ਹੈ ਕਿ ਉੱਥੇ 55 ਪੌੜੀਆਂ ਲਿਖਿਆ ਹੁੰਦਾ ਹੈ। ਤਾਂ ਜੇ ਉੱਥੇ ਆਪਸ਼ਨ 54 ਪੌੜੀਆਂ ਨਹੀਂ ਹੈ ਤਾਂ ਆਪਾਂ 55 ਪੌੜੀਆਂ ਤੇ ਟਿਕ ਲਾਵਾਂਗੇ, ਕਿਉਂਕਿ ਕਈ ਵਾਰੀ ਜਿਹੜਾ ਦੋਹਰਾ ਹੈ ਉਹਨੂੰ ਪੌੜੀਆਂ ਦੇ ਵਿੱਚ ਸ਼ਾਮਲ ਕਰਕੇ ਦਰਸਾਇਆ ਜਾਂਦਾ ਹੈ। ਤਾਂ ਉੱਥੇ ਆਪਾਂ ਜੇ ਆਪਸ਼ਨ ਆਪਣੇ ਕੋਲੇ 54 ਪੌੜੀਆਂ ਤੇ ਇੱਕ ਦੋਹਰਾ ਹੈ ਤਾਂ ਆਪਣਾ ਰਾਈਟ ਆਨਸਰ ਇਹ ਹੋਊਗਾ। ਜੇ ਉੱਥੇ ਆਪਣੇ ਕੋਲੇ 54 ਪੌੜੀਆਂ ਦੋਹਰਾ ਨਹੀਂ ਲਿਖਿਆ 55 ਲਿਖਿਆ ਤਾਂ ਆਪਾਂ 55 ਤੇ ਆਨਸਰ ਲਾਵਾਂਗੇ। ਜੇ ਮੰਨ ਲਓ ਉੱਥੇ ਆਪਾਂ ਨੂੰ ਇਕੱਲਾ ਹੀ 54 ਆਉਂਦਾ ਹੈ, ਹੋਰ ਕੋਈ ਆਪਸ਼ਨ ਜਿਵੇਂ 52, 53,
ਦੇਤੀ ਨਾਲ 51 52 53 54 ਦੇਤੀ ਤਾਂ ਆਪਾਂ 54 ਪੌੜੀਆਂ ਤੇ ਟਿਕ ਲਾਵਾਂਗੇ। ਹਾਂਜੀ ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡੀ ਦੀ ਵਾਰ ਵਿੱਚ ਕਿਸ ਛੰਦ ਦੀ ਵਰਤੋਂ ਕੀਤੀ ਗਈ ਹੈ? ਤਾਂ ਚੰਡੀ ਦੀ ਵਾਰ ਦੇ ਵਿੱਚ ਸਿਰਖੰਡੀ ਤੇ ਨਿਸ਼ਾਨੀ ਛੰਦ ਦੀ ਵਰਤੋਂ ਕੀਤੀ ਗਈ ਹੈ। ਜਿਹੜਾ ਸਿਰਖੰਡੀ ਛੰਦ ਹੈ ਉਹ 2 ਪੌੜੀਆਂ ਦੇ ਵਿੱਚ ਵਰਤਿਆ ਗਿਆ ਤੇ ਬਾਕੀ ਸਾਰੀਆਂ ਜਿਹੜੀਆਂ ਪੌੜੀਆਂ ਹੈਗੀਆਂ ਉਹਨਾਂ ਦੇ ਵਿੱਚ ਨਿਸ਼ਾਨੀ ਛੰਦ ਹੈ ਜਿਹੜਾ ਉਹਦੀ ਵਰਤੋਂ ਕੀਤੀ ਗਈ ਹੈ। ਤਾਂ ਸਿਰਖੰਡੀ ਛੰਦ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਪ੍ਰਸ਼ਨ ਇੱਥੇ ਹੋਰ ਵੀ ਹੈ ਕਿ ਜਿਹੜਾ ਸਿਰਖੰਡੀ ਛੰਦ ਹੈ ਉਹ ਚੰਡੀ ਦੀ ਵਾਰ ਦੇ ਵਿੱਚ ਸਭ ਤੋਂ ਪਹਿਲਾਂ ਵਰਤਿਆ ਗਿਆ। ਕਈ ਵਾਰੀ ਇਹ ਵੀ ਪ੍ਰਸ਼ਨ ਪੁੱਛ ਲੈਂਦੇ ਸਿਰਖੰਡੀ ਛੰਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਹੜੀ ਰਚਨਾ ਵਿੱਚ ਕੀਤੀ ਗਈ ਹੈ? ਤਾਂ ਚੰਡੀ ਦੀ ਵਾਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਿਰਖੰਡੀ ਛੰਦ ਹੈ ਉਹਨੂੰ ਵਰਤਿਆ ਗਿਆ। ਹਾਂਜੀ ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡੀ ਦੀ ਵਾਰ ਵਿੱਚ ਲੜਾਈ ਕਿਹਨਾਂ ਕਿਹਨਾਂ ਵਿਚਕਾਰ ਹੁੰਦੀ ਹੈ? ਤਾਂ ਕਿਹਨਾਂ ਕਿਹਨਾਂ ਦੇ ਵਿਚਕਾਰ ਲੜਾਈ ਹੈ ਜਿਹੜੀ ਦਿਖਾਈ ਗਈ ਹੈ? ਇਹਦੇ ਵਿੱਚ ਦੁਰਗਾ ਦੇਵੀ ਜਿਹੜੀ ਦੇਵਤਿਆਂ ਵੱਲੋਂ ਲੜਦੀ ਹੈ ਤੇ ਰਾਖਸ਼ਾਂ ਦੇ ਵਿਚਕਾਰ ਆ। ਦੁਰਗਾ ਦੇਵੀ ਤੇ ਦੇਵਤਿਆਂ ਤੇ ਰਾਖਸ਼ਾਂ ਦੇ ਵਿਚਕਾਰ ਹੈ ਜਿਹੜੀ ਇਹ ਲੜਾਈ ਦਰਸਾਈ ਗਈ ਹੈ। ਹਾਂਜੀ ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡੀ ਦੀ ਵਾਰ ਦਾ ਨਾਇਕ ਕੌਣ ਹੈ? ਤਾਂ ਚੰਡੀ ਦੀ ਵਾਰ ਦਾ ਜਿਹੜਾ ਨਾਇਕ ਆ ਉਹ ਦੁਰਗਾ ਦੇਵੀ ਹੈ। ਆਮ ਤੌਰ ਤੇ ਨਾਇਕ ਆ ਜਿਹੜੇ ਵਾਰਾਂ ਦੇ ਵਿੱਚ ਉਹ ਔਰਤਾਂ ਨਹੀਂ ਹੁੰਦੀਆਂ ਗੀਆਂ, ਮਰਦ ਹੀ ਦਰਸਾਏ ਜਾਂਦੇ ਹੈ, ਪਰ ਇਸ ਵਾਰ ਦਾ ਜਿਹੜਾ ਨਾਇਕ ਹੈਗਾ ਉਹ ਦੁਰਗਾ ਦੇਵੀ ਹੈ। ਤੇ ਇਹ ਵੀ ਪਹਿਲਾ ਕੰਮ ਆ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤਾ ਗਿਆ, ਜਾਣੀ ਕਿ ਸਭ ਤੋਂ ਨਾਇਕ ਦਾ ਜਿਹੜਾ ਨਾਇਕ ਸੰਕਲਪ ਦਾ ਉਹਨਾਂ ਨੇ ਨਵੀਨੀਕਰਨ ਕੀਤਾ ਹੈ। ਇਹਦੇ ਵਿੱਚ ਉਹਨਾਂ ਨੇ ਇੱਥੇ ਔਰਤ ਨੂੰ ਜਾਣੀ ਕਿ ਨਾਇਕੀ ਆਧਾਰਿਤ ਤੇ ਜਿਹੜੀ ਵਾਰ ਹੈਗੀ ਆ ਉਹ ਲਿਖਣ ਦੀ ਪਰੰਪਰਾ ਤੋਰੀ ਹੈ। ਹਾਂਜੀ ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਇਸ ਵਾਰ ਵਿੱਚ ਕਿਹੜੇ ਕਿਹੜੇ ਰਸਾਂ ਦੀ ਵਰਤੋਂ ਕੀਤੀ ਗਈ ਹੈ? ਤਾਂ ਰਸ ਕਿਹੜੇ ਕਿਹੜੇ ਵਰਤੇ ਗਏ ਇਸ ਵਾਰ ਦੇ ਵਿੱਚ? ਉਹ ਹੈਗੇ ਆ ਵੀਰ ਰਸ, ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਰੌਦਰ ਰਸ, ਭੈਰਵੀ ਰਸ, ਵੀਬਰਸ ਰਸ। ਇਹ ਸਾਰੇ ਰਸ ਆਲਮੋਸਟ ਸਾਰੇ ਹੀ ਰਸ ਹੈ ਜਿਹੜੇ ਇਸ ਵਾਰ ਦੇ ਵਿੱਚ ਵਰਤੇ ਗਏ ਆ। ਹਾਂਜੀ ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡੀ ਦੀ ਵਾਰ ਕਿਸ ਤਰ੍ਹਾਂ ਦੀ ਵਾਰ ਹੈ? ਤਾਂ ਚੰਡੀ ਦੀ ਜਿਹੜੀ ਵਾਰ ਹੈ ਇਹ ਅਧਿਆਤਮਿਕ ਤੇ ਲੌਕਿਕ ਗੁਣਾਂ ਵਾਲੀ ਮਿਥਿਹਾਸਿਕ ਵਾਰ ਹੈ। ਮੇਨ ਇਹ ਮਿਥਿਹਾਸਿਕ ਵਾਰ ਹੈ, ਗੁਣ ਇਹਦੇ ਵਿੱਚ ਅਧਿਆਤਮਿਕ ਵਾਰ ਵਾਲੇ ਵੀ ਹੈ ਤੇ ਲੌਕਿਕ ਵਾਰ ਵਾਲੇ ਵੀ ਹੈ। ਜਿਵੇਂ ਕਹਿੰਦੇ ਮੰਨਿਆ ਜਾਂਦਾ ਵੀ ਸਰੂਪ ਪੱਖੋਂ ਤਾਂ ਇਹ ਮਿਥਿਹਾਸਿਕ ਹੈ, ਭੁਲੇਖਾ ਇਹ ਲੌਕਿਕ ਵਾਰ ਦਾ ਪਾਉਂਦੀ ਹੈ ਤੇ ਜਿਹੜਾ ਅੰਤਿਮ ਇਹਦਾ ਸੰਦੇਸ਼ ਹੈ ਉਹ ਅਧਿਆਤਮਿਕ ਵਾਰ ਦਾ ਹੈ। ਤਾਂ ਇਸ ਲਈ ਇਹਦੇ ਵਿੱਚ ਦੋਨੋਂ ਗੁਣ ਹੈਗੇ ਆ ਪਰ ਵਾਰ ਇਹ ਮਿਥਿਹਾਸਿਕ ਹੈ। ਹਾਂਜੀ ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡੀ ਦੀ ਵਾਰ ਵਿੱਚ ਕਿਹੜੇ ਕਿਹੜੇ ਦੇਵਤਿਆਂ ਦਾ ਜ਼ਿਕਰ ਹੈ? ਤਾਂ ਚੰਡੀ ਦੀ ਵਾਰ ਦੇ ਵਿੱਚ ਬ੍ਰਹਮਾ, ਵਿਸ਼ਨੂੰ, ਮਹੇਸ਼, ਕੰਸ, ਰਾਮ, ਕ੍ਰਿਸ਼ਨ, ਦੈਸਰ ਇਹ ਸਾਰੇ ਦੇਵਤਿਆਂ ਦਾ ਜ਼ਿਕਰ ਕੀਤਾ ਗਿਆ। ਪੁੱਛ ਲੈਂਦੇ ਆ ਕਈ ਵਾਰੀ ਇਮਤਿਹਾਨ ਦੇ ਵਿੱਚ ਵੀ ਚੰਡੀ ਦੀ ਵਾਰ ਦੇ ਦੇਵਤੇ ਕਿਹੜੇ ਸੀ ਜਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਦੇਵਤਾ ਹੈਗਾ ਸੀ ਜਾਂ ਕਿਹੜਾ ਦੇਵਤਾ ਹੈ ਨਹੀਂ ਸੀਗਾ। ਹਾਂਜੀ ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਇਸ ਵਾਰ ਵਿੱਚ ਕਿਹੜੇ ਕਿਹੜੇ ਦੈਂਤਾਂ ਦਾ ਜ਼ਿਕਰ ਹੈ? ਤਾਂ ਦੈਂਤ ਕਿਹੜੇ ਕਿਹੜੇ ਹੈ ਇਹਦੇ ਵਿੱਚ? ਮੈਖਾਸੁਰ, ਲੋਚਨ ਧੂਮ, ਚੰਡ ਤੇ ਮੁੰਡ ਤੇ ਸ਼ੁੰਭ ਤੇ ਨਿਸ਼ੁੰਭ ਵੀ ਹੈ। ਠੀਕ ਹੈ। ਹਾਂਜੀ ਨੈਕਸਟ ਪ੍ਰਸ਼ਨ ਹੈਗੇ ਆਪਣੇ ਕੋਲੇ, ਵਾਰ ਵਿੱਚ ਪਹਿਲਾਂ ਕੌਣ ਮਰਦਾ ਹੈ? ਤਾਂ ਵਾਰ ਦੇ ਵਿੱਚ ਪਹਿਲਾਂ ਮੈਖਾਸੁਰ ਮਰਦਾ ਹੈ। ਇਹ ਵੀ ਪ੍ਰਸ਼ਨ ਪੁੱਛ ਲਿਆ ਜਾਂਦਾ ਕਿ ਵਾਰ ਦੇ ਵਿੱਚ ਪਹਿਲਾਂ ਕੌਣ ਮਰਦਾ ਹੈ ਜਾਂ ਅੰਤ ਤੇ ਕੌਣ ਮਰਦਾ ਹੈ, ਅਖੀਰ ਵਿੱਚ ਕੌਣ ਮਰਿਆ ਸੀ ਇਸ ਵਾਰ ਦੇ ਵਿੱਚ। ਹਾਂਜੀ ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡੀ ਦੀ ਵਾਰ ਦੇ ਆਰੰਭ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦਾ ਸਿਮਰਨ ਕੀਤਾ ਗਿਆ ਹੈ? ਤਾਂ ਚੰਡੀ ਦੀ ਵਾਰ ਦੇ ਸ਼ੁਰੂ ਵਿੱਚ 9 ਸਿੱਖ ਗੁਰੂ ਸਾਹਿਬਾਨਾਂ ਦਾ ਸਿਮਰਨ ਕੀਤਾ ਗਿਆ ਹੈਗਾ। ਇਹ ਵੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਆ, ਜਿਸ ਜਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਈ। ਤਾਂ ਇਹ ਜਿਹੜੀਆਂ 17 ਹੈਗੀਆਂ ਚੰਡੀ ਦੀ ਵਾਰ ਦੀ ਕਿਸ ਪੌੜੀ ਦੇ ਵਿੱਚ ਦਰਜ ਹੈ? ਤਾਂ ਇਹ 17 ਮੰਗਲਾਚਰਨ ਦੀ ਪਹਿਲੀ ਪੌੜੀ ਦੇ ਵਿੱਚ ਦਰਜ ਹੈ। ਸ਼ੁਰੂ ਦੇ ਵਿੱਚ ਜਿਵੇਂ ਮੰਗਲਾਚਰਨ ਦਿੱਤਾ ਹੋਇਆ ਉਹਦੀ ਪਹਿਲੀ ਪੌੜੀ ਦੇ ਵਿੱਚ ਦਰਜ ਹੈ। ਤੇ ਇਹਨਾਂ 17 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਹੜੇ ਇਸ਼ਟ, ਆਪਾਂ ਦੇਖਦੇ ਹਾਂ ਕਿ ਮੰਗਲਾਚਰਨ ਦੇ ਵਿੱਚ ਆਪਣੀ ਇਸ਼ਟ ਦੀ ਆਰਾਧਨਾ ਕੀਤੀ ਜਾਂਦੀ ਹੈ, ਉਵੇਂ ਇਸ ਵਾਰ ਦੀ ਸ਼ੁਰੂ ਦੇ ਵਿੱਚ ਮੰਗਲਾਚਰਨ ਦੀ ਪਹਿਲੀ ਪੌੜੀ ਦੇ ਵਿੱਚ ਗੁਰੂ ਜੀ ਵੱਲੋਂ ਆਪਣੇ ਇਸ਼ਟ ਅਕਾਲ ਪੁਰਖ ਤੇ ਆਪਣੇ ਤੋਂ ਜਿਹੜੇ ਪਹਿਲਾਂ ਹੋਏ ਸਿੱਖ ਗੁਰੂ ਸਾਹਿਬਾਨ ਸੀ, 9 ਸਿੱਖ ਗੁਰੂ ਸੀਗੇ,
ਉਹਨਾਂ ਦੀ ਆਰਾਧਨਾ ਕੀਤੀ ਗਈ ਹੈ ਤੇ ਉਹਨਾਂ ਤੋਂ ਸਹਾਇਤਾ ਦੀ ਮੰਗ ਕੀਤੀ ਗਈ ਹੈ ਇਹਨਾਂ ਸਤਰਾਂ ਦੇ ਵਿੱਚ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਮੰਗਲਾਚਰਨ ਦੀ ਦੂਜੀ ਪੌੜੀ ਨੂੰ ਮੁਕੰਮਲ ਕਰਦੀਆਂ ਸਤਰਾਂ ਕਿਹੜੀਆਂ ਹਨ? ਤਾਂ ਦੂਜੀ ਪੌੜੀ ਹੈ ਜਿਹੜੀ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਸਤਰਾਂ ਸ਼ਾਮਲ ਹੈ? ਹਾਂਜੀ, ਉਹਦੇ ਵਿੱਚ ਕਿਹੜੀਆਂ ਸਤਰਾਂ ਸ਼ਾਮਲ ਹੈ? ਜਿਵੇਂ ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਇਆ, 14 ਤਬਕ ਬਣਾਏ ਕੇ ਕੁਦਰਤ ਦਾ ਖੇਲ ਦਿਖਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗੈਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਹਾਇਆ, ਤੈਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਰਕਾਇਆ, ਤੈਥੋਂ ਹੀ ਬਲ ਕਿਸ਼ਨ ਲੈ ਕੰਸ ਕੇਸੀ ਨੂੰ ਪਕੜ ਗਿਰਾਇਆ, ਬੜੇ ਬੜੇ ਮੁਨ ਦੇਵਤੇ ਕਈ ਜੁਗ ਜਿਨ੍ਹਾਂ ਤਨ ਤਾਏ, ਕਿੰਨੇ ਤੇਰਾ ਅੰਤ ਨਾ ਪਾਇਆ। ਇਹ ਸਾਰੀਆਂ ਲਾਈਨਾਂ ਮੈਂ ਇਸ ਲਈ ਬੋਲੀਆਂ ਕਿਉਂਕਿ ਕਈ ਵਾਰੀ ਉਹਦੇ ਵਿੱਚ ਲਾਈਨਾਂ ਦਿੱਤੀਆਂ ਹੁੰਦੀਆਂ ਤੇ ਪੁੱਛ ਲਿਆ ਜਾਂਦਾ ਹੈ ਵੀ ਇਹ ਕਿਸ ਚੀਜ਼ ਦਾ ਹਿੱਸਾ, ਤਾਂ ਆਪਾਂ ਉੱਤਰ ਦੇਵਾਂਗੇ ਕਿ ਮੰਗਲਾਚਰਨ ਦੀ ਦੂਜੀ ਪੌੜੀ ਦਾ ਇਹ ਸਤਰਾਂ ਜਿਹੜੀਆਂ ਹਿੱਸਾ ਹੈਗੀਆਂ। ਤਾਂ ਇਹਨਾਂ ਸਤਰਾਂ ਵਿੱਚ ਮੰਗਲਾਚਰਨ ਦੀ ਦੂਜੀ ਪੌੜੀ ਦੇ ਵਿੱਚ ਕੀ ਦੱਸਿਆ ਗਿਆ ਹੈਗਾ ਕਿ ਜਿਹੜਾ ਉਹ ਪਰਮਾਤਮਾ ਹੈਗਾ ਉਹਨੇ ਸ੍ਰਿਸ਼ਟੀ ਦੀ ਸਿਰਜਣਾ ਦੀ ਗੱਲ ਕੀਤੀ ਹੈ ਤੇ ਉਹਦੇ ਦੁਆਰਾ ਜਿਹੜੇ ਦੇਵੀ ਦੇਵਤੇ ਹੈਗੇ ਆ ਤੇ ਰਾਖਸ਼ ਹੈ ਉਹਨਾਂ ਦਾ ਵੈਰ ਹੈ, ਪਲੱਸ ਜਿਹੜੀ ਦੁਰਗਾ ਦੇਵੀ ਪੈਦਾ ਕੀਤੀ ਹੈ ਤੇ ਉਹਦੇ ਹੱਥੋਂ ਮੁੜ ਕੇ ਜਿਹੜੇ ਦੈਂਤ ਹੈਗੇ ਆ ਉਹਨਾਂ ਦੇ ਨਾਸ਼ ਦਾ ਜ਼ਿਕਰ ਹੈ ਜਿਹੜਾ ਇਸ ਪੌੜੀ ਵਿੱਚ ਕੀਤਾ ਗਿਆ। ਕਈ ਵਾਰੀ ਪੁੱਛ ਲੈਂਦੇ ਆ ਕਿ ਦੁਰਗਾ ਹੱਥੋਂ ਦੈਂਤਾਂ ਦੇ ਨਾਸ਼ ਦਾ ਜ਼ਿਕਰ ਹੈ ਜਿਹੜਾ ਕਿੱਥੇ ਕੀਤਾ ਗਿਆ ਹੈਗਾ। ਤਾਂ ਪਹਿਲੀ ਪੌੜੀ ਦੇ ਵਿੱਚ ਮੰਗਲਾਚਰਨ ਦੀ ਦੂਜੀ ਪੌੜੀ ਦੇ ਵਿੱਚ ਇਹ ਸਤਰਾਂ ਜਿਹੜੀਆਂ ਅੰਕਿਤ ਹੈ। ਹਾਂਜੀ, ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, ਚੰਡੀ ਦੀ ਵਾਰ ਵਿੱਚ ਤੀਜੀ ਪੌੜੀ ਵਿੱਚ ਕੀ ਦਰਸਾਇਆ ਗਿਆ? ਤਾਂ ਜਿਹੜੀ ਤੀਜੀ ਪੌੜੀ ਹੈ ਉਹ ਕਿਸ ਨਾਲ ਸੰਬੰਧਿਤ ਹੈ? ਤੀਜੀ ਪੌੜੀ ਦੇ ਵਿੱਚ ਹੁਣ ਇੱਥੇ ਜਿਹੜੇ ਦੈਂਤ ਹੈਗੇ ਆ ਉਹਨਾਂ ਦੀ ਉਤਪਤੀ ਹੋ ਜਾਂਦੀ ਹੈ। ਤਾਂ ਮਹਿਖਾਸੁਰ ਦੀ ਉਤਪਤੀ ਹੈ। ਮਹਿਖਾਸੁਰ ਉਹਨੇ ਕੀ ਹੈ, ਦੇਵਤਿਆਂ ਨੂੰ ਹਰਾਇਆ, ਇੰਦਰ ਨੂੰ ਰਾਜਧਾਨੀ ਤੋਂ ਬਾਹਰ ਕੱਢਿਆ ਤੇ ਦੇਵਤਿਆਂ ਦੁਆਰਾ ਸਹਾਇਤਾ ਲਈ ਦੁਰਗਾ ਦੇਵੀ ਕੋਲੇ ਜਾਣ ਦੀਆਂ ਘਟਨਾਵਾਂ ਦਾ ਵਰਣਨ ਹੈ। ਹਾਂਜੀ, ਇਹਦੇ ਵਿੱਚ ਕੀ ਹੈਗਾ ਕਿ ਜਿਹੜਾ ਇੰਦਰ ਦੇਵਤਾ ਉਹਦੇ ਘਮੰਡ ਨੂੰ ਤੋੜਨ ਦੇ ਵਾਸਤੇ ਜਿਹੜਾ ਮਹਿਖਾਸੁਰ ਹੈ ਉਹਦੀ ਉਤਪਤੀ ਹੁੰਦੀ ਹੈ। ਤਾਂ ਉਹ ਯੁੱਧ ਦੇ ਵਿੱਚ ਇੰਦਰ ਨੂੰ ਹਰਾ ਦਿੰਦਾ ਹੈ। ਜਦੋਂ ਇੰਦਰ ਉਹਨਾਂ ਤੋਂ ਹਾਰ ਜਾਂਦਾ ਹੈ ਤਾਂ ਫਿਰ ਉਹਨੂੰ ਰਾਜਧਾਨੀ ਤੋਂ ਜਿਹੜੇ ਦੈਂਤ ਹੈਗੇ ਆ ਉਹ ਬਾਹਰ ਕੱਢ ਦਿੰਦੇ ਆ। ਤਾਂ ਫਿਰ ਉਹ ਆਪਦੀ ਸਹਾਇਤਾ ਲਈ ਡਰ ਕੇ ਜਿਹੜੀ ਉਜ਼ੈਨ ਦੇ ਰਾਜੇ ਦੀ ਧੀ ਹੈਗੀ ਹੈ, ਉਜ਼ੈਨ ਦਾ ਜਿਹੜਾ ਰਾਜਾ ਉਹਦੀ ਧੀ ਹੈ ਦੁਰਗਾ ਦੇਵੀ, ਉਹਦੇ ਕੋਲੇ ਉਹ ਸਹਾਇਤਾ ਲਈ ਜਾਂਦਾ ਹੈ। ਇਹ ਸਾਰੀਆਂ ਜਿਹੜੀਆਂ ਤੀਜੀ ਪੌੜੀ ਦੇ ਵਿੱਚ ਸਤਰਾਂ ਦਰਜ ਹੈ। ਹਾਂਜੀ, ਨੈਕਸਟ ਪ੍ਰਸ਼ਨ ਆਪਣੇ ਕੋਲੇ ਹੈਗਾ, ਇਸ ਵਾਰ ਵਿੱਚ ਚੌਥੀ ਪੌੜੀ ਕਿਸ ਨਾਲ ਸੰਬੰਧਿਤ ਹੈ? ਤਾਂ ਜਿਹੜੀ ਚੌਥੀ ਪੌੜੀ ਹੈਗੀ ਹੈ ਇਹ ਜਦੋਂ ਕਹਿੰਦੇ ਨਦੀ 'ਤੇ ਇਸ਼ਨਾਨ ਕਰਨ ਲਈ ਜਿਹੜੀ ਦੁਰਗਾ ਦੇਵੀ ਆ ਉਹ ਨਿਕਲਦੀ ਹੈ ਤਾਂ ਇੰਦਰ ਨਾਲ ਉਹਦੀ ਉੱਥੇ ਮੁਲਾਕਾਤ ਹੁੰਦੀ ਹੈ, ਉਹਦਾ ਵਰਣਨ ਹੈ। ਤੇ ਇੰਦਰ ਦੈਂਤਾਂ ਦੁਆਰਾ ਜਿਹੜਾ ਉਹਨਾਂ ਨੂੰ ਹਰਾਏ ਜਾਂਦੇ ਆ ਉਹਦੀ ਕਹਿੰਦੇ ਦਰਦ ਭਰੀ ਸਥਿਤੀ ਨੂੰ ਉਹਦੇ ਸਾਹਮਣੇ ਬਿਆਨ ਕਰਦਾ। ਤਾਂ ਫਿਰ ਉਹਦੀ ਕਹਿੰਦੇ ਸ਼ਰਨ ਵਿੱਚ ਆਉਣ ਦੀਆਂ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਉਹ ਸ਼ਾਮਿਲ ਕੀਤੀਆਂ ਗਈਆਂ। ਹਾਂਜੀ, ਨੈਕਸਟ ਪ੍ਰਸ਼ਨ ਆਪਣੇ ਕੋਲ ਇਹ ਹੈਗਾ, ਪੰਜਵੀਂ ਪੌੜੀ ਦੇ ਵਿੱਚ ਕੀ ਦਰਸਾਇਆ ਗਿਆ? ਇਸ ਵਾਰ ਦੀ ਜਿਹੜੀ ਪੰਜਵੀਂ ਪੌੜੀ ਹੈ ਉਹਦੇ ਵੱਲੋਂ ਦੁਰਗਾ ਵੱਲੋਂ ਦੇਵਤਿਆਂ ਦੀ ਸਹਾਇਤਾ ਦਾ ਪ੍ਰਣ ਕੀਤਾ ਗਿਆ। ਉਹਨੇ ਉਹਨਾਂ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਕਿ ਉਹਨਾਂ ਦੇ ਪੱਖ 'ਚੋਂ ਲੜਾਈ ਲੜੂਗੀ, ਉਹਨਾਂ ਦੀ ਸਹਾਇਤਾ ਕਰੂਗੀ। ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲੇ, 6ਵੀਂ ਪੌੜੀ ਤੋਂ 20ਵੀਂ ਪੌੜੀ ਕਿਸ ਨਾਲ ਸੰਬੰਧਿਤ ਹੈ? 6ਵੀਂ ਪੌੜੀ ਤੋਂ ਲੈ ਕੇ 20ਵੀਂ ਪੌੜੀ ਜਿਹੜੀ ਹੈਗੀ ਹੈ ਉਹ ਕਿਸ ਚੀਜ਼ ਨਾਲ ਸੰਬੰਧਿਤ ਹੈ? ਦੁਰਗਾ ਤੇ ਦੈਂਤਾਂ ਦਾ ਯੁੱਧ ਦਾ ਵਰਣਨ ਹੈ, ਮਹਿਖਾਸੁਰ ਦੀ ਮੌਤ ਹੁੰਦੀ ਹੈ, ਦੇਵਤਿਆਂ ਦੀ ਸਹਾਇਤਾ ਦਾ ਪ੍ਰਣ ਕਰਕੇ ਜਿਹੜੀ ਦੇਵੀ ਹੈ ਉਹ ਅਲੋਪ ਹੋ ਜਾਂਦੀ ਹੈ। ਹਾਂਜੀ, ਇਹ ਜਿਹੜੀਆਂ ਸਾਰਾ ਬਿਆਨ ਕੀਤਾ ਗਿਆ 6ਵੀਂ ਤੋਂ 20ਵੀਂ ਪੌੜੀ ਵਿੱਚ। ਯਾਨੀ ਕਿ ਜਦੋਂ ਉਹ ਤੋਂ ਸਹਾਇਤਾ ਮੰਗਦੇ ਹੈ ਤਾਂ ਦੁਰਗਾ ਉਹਨਾਂ ਦੀ ਪੱਖ ਦੇ ਵਿੱਚ ਦੈਂਤਾਂ ਦੇ ਨਾਲ ਮਹਿਖਾਸੁਰ ਦੇ ਨਾਲ ਯੁੱਧ ਕਰਦੀ ਹੈ। ਮਹਿਖਾਸੁਰ ਦੇ ਨਾਲ ਜਿਹੜੀ ਉਹਦੀ ਲੜਾਈ ਹੁੰਦੀ ਆ ਉਹਦੀ ਡਿਟੇਲ ਦੱਸੀ ਗਈ ਹੈ ਇਹਨਾਂ ਸਾਰੀਆਂ ਪੌੜੀਆਂ ਦੇ ਵਿੱਚ। ਤੇ ਫਿਰ ਉਹ ਮਹਿਖਾਸੁਰ ਨੂੰ ਮਾਰ ਦਿੰਦੀ ਹੈ ਉਸ ਲੜਾਈ ਦੇ ਵਿੱਚ। ਤਾਂ ਦੇਵਤਿਆਂ ਨੂੰ ਇੰਦਰ ਦੇਵ ਨੂੰ ਰਾਜ ਸੌਂਪ ਕੇ ਉਹਦੀ ਆਉਣ ਵਾਲੇ ਟਾਈਮ 'ਚ ਜੇ ਕੋਈ ਮੁਸੀਬਤ ਪੈਂਦੀ ਹੈ ਸਹਾਇਤਾ ਕਰਨ ਦਾ ਵਾਅਦਾ ਕਰਕੇ ਆਪ ਉਹ ਅਲੋਪ ਹੋ ਜਾਂਦੀ ਹੈਗੀ ਆ। ਹਾਂਜੀ, ਇਹ ਆਪਣੇ ਸੀਗੇ ਚੰਡੀ ਦੀ ਵਾਰ ਦੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ। ਬਾਕੀ ਜਿਹੜੇ ਪ੍ਰਸ਼ਨ ਹੈਗੇ ਆ ਇਹਦੇ ਨਾਲ ਸੰਬੰਧਿਤ ਉਹ ਆਪਾਂ ਆਪਣੇ
ਇਹਦੇ ਪਾਰਟ 2 ਜਿਹੜੀ ਵੀਡੀਓ ਹੈਗੀ ਆ ਚੰਡੀ ਦੀ ਵਾਰ ਦੇ ਨਾਲ ਸੰਬੰਧਿਤ ਉਹਦੇ ਵਿੱਚ ਡਿਸਕਸ ਕਰਾਂਗੇ। ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ।